ਜੇਕਰ ਕੱਲ ਕਿਸਾਨ ਆੜ੍ਹਤੀ ਹੜਤਾਲ ਤੇ ਬਹਿ ਜਾਂਦੇ ਨੇ, ਖਰੀਦ ਬੰਦ ਹੋ ਜੂਗੀ ਤਾਂ ਕਿਸਾਨ ਫਸਲ ਲੈ ਕੇ ਕਿੱਥੇ ਜਾਵੇਗਾ? ਉਹ ਸੜਕਾਂ ਤੇ ਨਿਕਲੇਗਾ ਕਿਉਂਕਿ ਉਹਨੂੰ ਇਸ ਗੱਲ ਦਾ ਦੁੱਖ ਹੈ। ਮੈਨੂੰ ਲੱਗਦਾ ਕਿ ਇਹਨਾਂ ਨੂੰ ਰਾਤੋਂ ਰਾਤ ਇਹ ਜਿਹੜਾ ਰੋਕ ਦੇਣਾ ਚਾਹੀਦਾ। ਭੋਜਨ ਮੈਂ ਤੇਰੇ ਖੇਤ ਦਾ ਖਾਣਾ ਪਰ ਮੈਂ ਰਹੂੰ ਤੇਰੇ ਖਿਲਾਫ, ਇਹੋ ਜਿਹੀ ਸੋਚ ਨਾਲ ਲੋਕਾਂ ਦੀ ਹੋਊਗੀ। ਅੱਗੇ ਰਾਜਾ ਪੈਦਾ ਹੁੰਦਾ ਸੀ ਮਾਂ ਦੇ ਗਰਭ ਚੋਂ, ਹੁਣ ਰਾਜਾ ਜਿਹੜਾ ਵੋਟਾਂ ਵਾਲੀ ਪੇਟੀ ਚੋਂ ਪੈਦਾ ਹੁੰਦਾ। ਮੈਨੂੰ ਲੱਗਦਾ ਕਿਤੇ ਨਾ ਕਿਤੇ ਚੇਤਾ ਜਿਹਾ ਭੁੱਲ ਗਿਆ ਕਿ ਅਸੀਂ 5 ਸਾਲਾਂ ਲਈ ਆਏ ਹਾਂ। ਸ਼ਾਇਦ ਇਹ ਪ੍ਰੋਬਲਮ ਹੈ। ਵੀ ਇੱਕ ਆੜ੍ਹਤੀ ਦਾ ਮੈਨੂੰ ਫੋਨ ਆਇਆ ਸੀ, ਮੈਨੂੰ ਗੱਲ ਯਾਦ ਆ ਗਈ। ਉਹਦੇ ਅੱਖਾਂ 'ਚ ਪਾਣੀ ਸੀ, ਮੈਨੂੰ ਬਿਲਕੁਲ ਮਹਿਸੂਸ ਹੋ ਰਿਹਾ ਸੀ। ਫੋਨ ਤੇ ਰੋ ਰਿਹਾ ਸੀ, ਕਹਿੰਦਾ ਕੀ ਬਣੂ, ਮੇਰੇ ਬੱਚਿਆਂ ਦਾ ਕੀ ਬਣੂ। ਖੁਦ ਮੈਂ ਬਿਮਾਰ ਹੋ ਗਿਆ ਸੀ, ਮੈਨੂੰ ਯਾਦ ਆ ਗਿਆ। ਤੇ ਮੇਰਾ ਆੜ੍ਹਤੀਆ ਜਾ ਕੇ ਉੱਥੇ ਹਸਪੀਟਲ ਪੈਸੇ ਦੇ ਕੇ ਆਇਆ ਸੀ ਬਈ ਇਹਦਾ ਇਲਾਜ ਠੀਕ ਹੋ ਜਾਏ, ਤੇ ਅਸੀਂ ਉਸ ਬੰਦੇ ਨੂੰ ਸਾਈਡ ਤੇ ਸਿੱਟ ਰਹੇ ਹਾਂ ਯਾਰ। ਪੰਜਾਬ ਦੇ ਵਿੱਚ ਕੱਲ ਜਾਣੀ 10 ਅਪ੍ਰੈਲ ਤੋਂ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਹੋਣ ਜਾ ਰਹੀ ਹੈ, ਪਰ ਇਸੇ ਨੂੰ ਲੈ ਕੇ ਹੁਣ ਵੱਡੇ ਸਵਾਲ ਖੜੇ ਹੋ ਗਏ ਨੇ ਕਿ ਕੱਲ ਤੋਂ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਹੋਵੇਗੀ ਜਾਂ ਨਹੀਂ, ਕਿਉਂਕਿ ਸਿੱਧੀ ਅਦਾਇਗੀ ਨੂੰ ਲੈ ਕੇ ਕੇਂਦਰ ਅਤੇ ਪੰਜਾਬ ਸਰਕਾਰ ਦਾ ਜਿਹੜਾ ਉਹ ਪੇਚ ਫਸਿਆ ਹੋਇਆ ਹੈ। ਉਧਰ ਆੜ੍ਹਤੀਆਂ ਨੇ ਕਹਿ ਦਿੱਤਾ ਹੈ ਕਿ ਜੇਕਰ ਇਸ ਮਸਲੇ ਦਾ ਹੱਲ ਨਹੀਂ ਨਿਕਲਦਾ ਤਾਂ ਉਹਨਾਂ ਦੇ ਵੱਲੋਂ ਕੱਲ ਤੋਂ ਸਰਕਾਰੀ ਖਰੀਦ ਜਿਹੜੀ ਹੈ ਉਹ ਸ਼ੁਰੂ ਨਹੀਂ ਕੀਤੀ ਜਾਏਗੀ, ਮੰਡੀਆਂ ਦੇ ਵਿੱਚ ਕਣਕ ਦੀ ਖਰੀਦ ਨਹੀਂ ਹੋਵੇਗੀ। ਹੁਣ ਵੱਡਾ ਸਵਾਲ ਇਹ ਹੈ ਕਿ ਜਿਨ੍ਹਾਂ ਕਿਸਾਨਾਂ ਦੀਆਂ ਫਸਲਾਂ ਪੱਕੀਆਂ ਨੇ ਉਹ ਕੱਲ ਕਿੱਥੇ ਵੇਚਣਗੇ, ਕਿਉਂਕਿ ਕਣਕਾਂ ਖੜੀਆਂ ਨੇ, ਫਸਲ ਪੱਕ ਚੁੱਕੀ ਹੈ, ਮੰਡੀ ਦੇ ਵਿੱਚ ਸੁੱਟਣ ਦਾ ਵੇਲਾ ਆ ਚੁੱਕਾ ਹੈ। ਇਸ ਸਮੇਂ ਅਸੀਂ ਜਲੰਧਰ ਦੀ ਇੱਕ ਮੰਡੀ ਦੇ ਵਿੱਚ ਮੌਜੂਦ ਹਾਂ। ਇਹਨਾਂ ਸਾਰੇ ਸਵਾਲਾਂ ਦੇ ਉੱਪਰ ਗੱਲਬਾਤ ਕਰਾਂਗੇ ਕਿ ਜੇਕਰ ਕੱਲ ਕਣਕ ਦੀ ਖਰੀਦ ਸ਼ੁਰੂ ਹੁੰਦੀ ਆ ਤਾਂ ਕਿਵੇਂ ਹੋਏਗੀ, ਕਿਸ ਤਰੀਕੇ ਦੇ ਨਾਲ ਕਣਕ ਕਿਸਾਨ ਲੈ ਕੇ ਮੰਡੀ ਦੇ ਵਿੱਚ ਪਹੁੰਚ ਸਕਦੇ ਨੇ। ਮੇਰੇ ਨਾਲ ਮਾਰਕੀਟ ਕਮੇਟੀ ਦੇ ਚੇਅਰਮੈਨ ਹਰਭਿੰਦਰਜੀਤ ਸਿੰਘ ਸਮਰਾ ਮੌਜੂਦ ਨੇ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ, ਸਾਰੇ ਸਵਾਲਾਂ ਦੇ ਉਹਨਾਂ ਤੋਂ ਜਵਾਬ ਲੈਂਦੇ ਹਾਂ। ਸਮਰਾ ਸਾਹਿਬ, ਕੱਲ ਖਰੀਦ ਸ਼ੁਰੂ ਹੋਣ ਜਾ ਰਹੀ ਹੈ, ਵੱਡਾ ਸਸਪੈਂਸ ਹੋ ਗਿਆ ਕਿ ਕੱਲ ਦੀ ਖਰੀਦ ਸ਼ੁਰੂ ਹੋਏਗੀ ਕਿ ਨਹੀਂ ਹੋਏਗੀ, ਕਿਉਂਕਿ ਸਿੱਧੀ ਅਦਾਇਗੀ ਨੂੰ ਲੈ ਕੇ ਪੇਚ ਫਸਿਆ ਹੋਇਆ। ਕੀ ਸਥਿਤੀ ਕੀ ਨਜ਼ਰ ਆ ਰਹੀ ਹੁਣ? ਦੇਖੋ, ਸਥਿਤੀ ਬਹੁਤੀ ਚੰਗੀ ਨਹੀਂ, ਹਾਲਾਤ ਬਹੁਤੇ ਚੰਗੇ ਨਹੀਂ, ਕਿਉਂਕਿ ਜੋ ਸੈਂਟਰ ਗਵਰਨਮੈਂਟ ਗੱਲ ਤੇ ਅੜੀ ਹੋਈ ਹੈ ਨਾ, ਕਦੇ ਉਹਨਾਂ ਨੇ ਇਹ ਨਹੀਂ ਸੋਚਿਆ ਵੀ ਆਮ ਪਰਿਵਾਰਾਂ ਦੀ ਸੋਚ ਕੀ ਹੈ। ਆਮ ਪਰਿਵਾਰ ਨੇ ਤਾਂ ਜਦੋਂ ਹੁਣ ਫਸਲ ਸਿੱਟਣੀ ਉਹਨੇ ਐਡਵਾਂਸ ਵੀ ਫੜਿਆ ਹੈ, ਉਹਨੇ ਹੋਰ ਐਡਵਾਂਸ ਵੀ ਲੈਣਾ, ਬੱਚਿਆਂ ਦੀਆਂ ਰੀਝਾਂ ਹੀ ਪੂਰੀਆਂ ਕਰਨੀਆਂ। ਮੈਨੂੰ ਲੱਗਦਾ ਕਿ ਇਹਨਾਂ ਨੂੰ ਰਾਤੋਂ ਰਾਤ ਇਹ ਜਿਹੜਾ ਰੋਕ ਦੇਣਾ ਚਾਹੀਦਾ। ਆੜ੍ਹਤੀ ਵਾਲਾ ਸਿਸਟਮ ਸਭ ਤੋਂ ਬੈਸਟ ਹੈ, ਔਰ ਮੈਂ ਤਾਂ ਹੈਰਾਨ ਹੈ ਕਿ ਲੋਕੀ ਫੇਲ ਹੋਈਆਂ ਚੀਜ਼ਾਂ ਬੰਦ ਕਰਦੇ ਹੁੰਦੇ ਆ, ਔਰ ਸਾਡੀ ਸੈਂਟਰ ਗਵਰਨਮੈਂਟ ਪਾਸ ਜਿਹੜੀਆਂ ਕਾਮਯਾਬ ਚੀਜ਼ਾਂ ਆ ਬਹੁਤ ਅੱਗੇ ਵਧਾਉਣ ਲਈ ਸਮਾਜ ਨੂੰ ਫਾਇਦੇ ਵਾਲੀਆਂ, ਉਹਨੂੰ ਬੰਦ ਕਰਨ ਰਹੇ ਆ। ਮੈਨੂੰ ਲੱਗਦਾ ਕਿਤੇ ਨਾ ਕਿਤੇ ਚੇਤਾ ਜਿਹਾ ਭੁੱਲ ਗਿਆ ਕਿ ਅਸੀਂ 5 ਸਾਲਾਂ ਲਈ ਆਏ ਹਾਂ। ਸ਼ਾਇਦ ਇਹ ਪ੍ਰੋਬਲਮ ਹੈ ਕਿਤੇ ਨਾ ਕਿਤੇ। ਹੁਣ ਕਰ ਦੇਣਗੇ ਕੀ ਜੇਕਰ ਕੱਲ ਕਿਸਾਨ ਆੜ੍ਹਤੀ ਹੜਤਾਲ ਤੇ ਬਹਿ ਜਾਂਦੇ ਨੇ, ਖਰੀਦ ਬੰਦ ਹੋ ਜੂਗੀ ਤਾਂ ਕਿਸਾਨ ਫਸਲ ਲੈ ਕੇ ਕਿੱਥੇ ਜਾਵੇਗਾ? ਦੇਖੋ, ਕਿਤੇ ਨਾ ਕਿਤੇ ਫਿਰ ਉਹ ਸੜਕਾਂ ਤੇ ਨਿਕਲੇਗਾ, ਕਿਉਂਕਿ ਮੈਂ ਕਹਿਣ ਲੱਗਾ ਜਗਦਾ ਨਹੀਂ ਹੁੰਦਾ। ਉਹ ਸੜਕਾਂ ਤੇ ਨਿਕਲੇਗਾ ਕਿਉਂਕਿ ਉਹਨੂੰ ਇਸ ਗੱਲ ਦਾ ਦੁੱਖ ਹੈ, ਕਿਉਂਕਿ ਜਿਹੜਾ ਸਾਡਾ ਸਾਰਾ ਸਿਸਟਮ ਹੈ ਨਾ ਉਹ ਖੇਤੀ ਨਾਲ ਜੁੜਿਆ ਹੋਇਆ। ਚਾਹੇ ਕਿਸੇ ਦੀ ਦੁਕਾਨ ਹੈ, ਲਾਲਾ ਜੀ ਵੇਟ ਕਰਦੇ ਆ ਕਦੋਂ ਫਸਲ ਆਉਣੀ ਹੈ ਤੇ ਕਦੋਂ ਕਿਤੇ ਨਾ ਕਿਤੇ ਉਹਦੀ ਪੇਮੈਂਟ ਆਉਣੀ ਤੇ ਅਗਲੇ ਸੌਦੇ ਲਈ ਫਿਰ ਉਹਨੂੰ ਤਿਆਰ ਹੋਣਾ। ਜਦੋਂ ਇਹ ਸਿੱਧੀ ਪੇਮੈਂਟ ਵਾਲਾ ਸਿਸਟਮ ਚਲਾਤਾ, ਇਹ ਵੀ ਨਹੀਂ ਪਤਾ ਕਦੋਂ ਆਉਣੀ ਹੈ, ਕੋਈ ਟਾਈਮ ਫਿਕਸ ਨਹੀਂ, ਕੋਈ ਕੁਛ ਨਹੀਂ। ਉਦੋਂ ਬਾਅਦ ਐਡਵਾਂਸ ਨਹੀਂ ਮਿਲਣਾ। ਹੁਣ ਕਈ ਵਾਰੀ 5-7 ਹਜ਼ਾਰ ਰੁਪਈਆ ਜਿਹੜਾ ਉਹ ਜ਼ਿਮੀਦਾਰ ਦਾ ਬਚਦਾ ਹੁੰਦਾ, ਕਹਿੰਦਾ ਯਾਰ ਨਾਲ 2-4 ਹਜ਼ਾਰ ਹੋਰ ਲਾ ਕੇ ਦੇ ਦੇ, ਮੇਰੀ ਗਰਜ ਸਰ ਜਾਏ, ਉਹ ਵੀ ਖਤਮ ਹੋ ਜਾਣੀ ਹੈ। ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਇਹਨੂੰ ਰੋਕ ਦੇਣਾ ਚਾਹੀਦਾ। ਬਹੁਤ ਘਾਤਕ ਹੈ, ਇੰਨਾ ਜ਼ਿਆਦਾ ਘਾਤਕ ਹੈ ਕਿ ਆਉਣ ਵਾਲਾ ਕੱਲ੍ਹ ਬੜਾ ਖਤਰਨਾਕ ਹੋ ਸਕਦਾ। ਆਉਣ ਵਾਲਾ ਭਵਿੱਖ ਜਿਹੜਾ ਉਹ ਡਾਮਾਡੋਲ ਹੋ ਜਾਏਗਾ। ਕਿਉਂਕਿ ਮੈਂ ਤਾਂ ਦੇਖੋ, ਤੁਸੀਂ ਆਪਣੇ ਕਾਹਲੋਂ ਸਾਹਿਬ ਚੰਗੇ ਪੱਤਰਕਾਰ ਨੂੰ ਮੈਂ ਹਮੇਸ਼ਾ ਸਿਫਤ ਕਰਦਾ ਹੁੰਦਾ, ਤੁਸੀਂ ਆਵਾਜ਼ ਬਣ ਕੇ ਆਏ ਹੋ, ਤੁਹਾਡਾ ਹੋਕਾ ਜਿਹੜਾ ਆ ਜ਼ਰੂਰ ਪਹੁੰਚੂਗਾ। ਮੈਨੂੰ ਇੰਨਾ ਕੁ ਪਤਾ ਕਿ ਜਦੋਂ ਚੰਗੀ ਆਵਾਜ਼ ਹੁੰਦੀ ਹੈ ਨਾ, ਉਹ ਗੂੰਜਦੀ ਹੈ ਅਸਮਾਨ ਵਿੱਚ, ਤੇ ਤੁਸੀਂ ਕਿਤੇ ਨਾ ਕਿਤੇ ਆਵਾਜ਼ ਬਣ ਕੇ ਮੈਨੂੰ ਲੱਗਦਾ ਕਿ ਇਹਨਾਂ ਦੇ ਜੂੰ ਸਰਕੂਗੀ ਜ਼ਰੂਰ। ਅੱਛਾ, ਮੰਡੀ ਦੇ ਵਿੱਚ ਇਹ ਦਾਣੇ ਪਏ ਨੇ, ਕੋਈ ਕਿਸਾਨ ਸੁੱਟ ਕੇ ਗਿਆ ਹੋਏਗਾ, ਇਹਨੂੰ 6 ਮਹੀਨੇ ਲੱਗੇ ਹੋਣਗੇ ਆਹ ਫਸਲ ਪੈਦਾ ਕਰਨ ਨੂੰ, ਇਹਨੂੰ ਪੈਸੇ ਕਿੱਦਾਂ ਮਿਲਣਗੇ? ਕਿਉਂਕਿ ਕਿਹਾ ਜਾ ਰਿਹਾ ਕਿ ਸਿੱਧੀ ਅਦਾਇਗੀ ਕਰਨੀ, ਆੜ੍ਹਤੀਆਂ ਦੇ ਥਰੂ ਨਹੀਂ ਕਰਨੀ। ਜੇਕਰ ਮੰਨ ਲਓ ਕੱਲ੍ਹ ਤੋਂ ਖਰੀਦ ਸ਼ੁਰੂ ਹੋ ਗਈ ਤਾਂ ਇਹਨੂੰ ਪੈਸੇ ਕਿਵੇਂ ਆਉਣਗੇ? ਜੇ ਨਾ ਸ਼ੁਰੂ ਹੋਈ ਤਾਂ ਫਿਰ ਇਹ ਕੀ ਕਰੇਗਾ ਇਹ ਕਣਕ ਦੇ? ਦੇਖੋ, ਮੈਂ ਤਾਂ ਸਵੇਰ ਦੀ ਗੱਲ ਹੀ ਦੱਸਦਾ। ਮੈਂ ਸਵੇਰੇ ਘਰੋਂ ਤੁਰਿਆ ਤਾਂ ਮੇਰੀ ਬੇਟੀ ਨੇ ਇੱਕ ਸਵਾਲ ਕੀਤਾ, ਕਹਿੰਦੀ ਪਾਪਾ ਜੀ ਹੁਣ ਕਣਕ ਆ ਜਾਣੀ ਆ, ਹੁਣ ਜਿਹੜੀਆਂ ਚੀਜ਼ਾਂ ਨਹੀਂ ਲੈ ਹੋਈਆਂ ਮੈਨੂੰ ਲੈ ਦਿਓ। ਤੇ ਕਿਤੇ ਨਾ ਕਿਤੇ ਜਦੋਂ ਆਹ ਡਾਵਾਡੋਲ ਸਥਿਤੀ ਜੇ ਮੈਂ ਬੱਚੇ ਨੂੰ ਦੱਸਾਂ ਤੇ ਉਹਦੀ ਮਾਨਸਿਕਤਾ ਕੀ ਕਵੇਗੀ? ਕਿਉਂਕਿ ਸਾਡੇ ਘਰਾਂ ਦੇ ਵਿੱਚ ਤਾਂ ਇਹੋ ਜਿਹਾ ਸਿਸਟਮ ਹੈ ਕਿ ਦਰਜੀ ਤੋਂ ਕੱਪੜੇ ਵੀ ਸਮਾ ਲੈ, ਉਹ ਦਰਜੀ ਨੂੰ ਕਹਿ ਦੇਣਾ ਭਾਈ ਤੈਨੂੰ ਫਸਲ ਤੇ ਪੇਮੈਂਟ ਕਰਾਂਗੇ। ਲਾਲਾ ਜੀ ਤੋਂ ਕਰਿਆਨਾ ਵੀ ਆ ਗਿਆ, ਉਹਨੂੰ ਕਹਿਣਾ ਭਾਈ ਤੈਨੂੰ ਵੇਟ ਕਰਨੀ ਪੈਣੀ ਆ। ਜਦੋਂ ਇਹੋ ਜਿਹੀ ਸਥਿਤੀ ਆ ਗਈ ਉਹਨਾਂ ਸਾਰਿਆਂ ਨੇ ਡਰ ਜਾਣਾ। ਮੈਂ ਕਹਿੰਦਾ ਕਿ ਸਿੱਧੀ ਅਦਾਇਗੀ ਮੈਂ ਨਹੀਂ ਸਮਝਦਾ ਕਿ ਇਹ ਕਾਮਯਾਬ ਹੋ ਸਕਦੀ ਹੈ,
ਕਿਉਂਕਿ ਅਸੀਂ ਤਾਂ ਹਮੇਸ਼ਾ ਆੜਤੀਏ ਕੋਲੋਂ 10-20 ਹਜ਼ਾਰ ਫੜਦੇ ਰਹਿੰਦੇ ਆ। ਰਾਤ ਨੂੰ ਬਜ਼ੁਰਗਾਂ ਦੀ ਕਈ ਵਾਰੀ ਬਿਮਾਰੀ ਆ ਜਾਂਦੀ, ਕੋਈ ਨੁਕਸ ਪੈ ਜਾਂਦਾ, ਅਸੀਂ ਕਹਿੰਦੇ ਆ ਵੀ ਆਪਣੇ ਆੜਤੀਆ ਸਾਹਿਬ ਆ ਇੰਨੇ ਪੈਸੇ ਦਿਓ, ਮੈਂ ਦਵਾਈ ਲੈਣੀ ਆ। ਉਹ ਉਦੋਂ ਜਿੱਥੋਂ ਮਰਜ਼ੀ ਦੇਵੇ ਉਹ ਬੁੱਤਾ ਲਾਉਂਦਾ। ਇਹ ਕਿਤੇ ਨਾ ਕਿਤੇ ਇਸ ਸਿਸਟਮ ਨੂੰ ਫੇਲ ਕਰਨ ਲਈ ਇੱਕ ਗੇਮ ਹੈ, ਕਿਉਂਕਿ ਇੱਥੇ ਤਾਂ ਸਾਫ਼ ਹੀ ਹੈ ਕਿ ਜਦੋਂ ਤੁਸੀਂ ਇਹੋ ਜਿਹੀ ਸਥਿਤੀ ਬਣਾਓਗੇ ਕਿਸਾਨ ਡਰੂਗਾ। ਹੌਲੀ ਹੌਲੀ ਉਹ ਕੀ ਕਰਨਗੇ, ਸਾਲ 2 ਸਾਲਾਂ ਬਾਅਦ ਕਿਤੇ ਨਾ ਕਿਤੇ ਉਹ ਕੀ ਕਰਨਗੇ, ਪ੍ਰਾਈਵੇਟ ਨੂੰ ਬਾਹਰ ਲਿਆ ਕੇ ਬਿਠਾ ਦੇਣਗੇ ਜੇ ਕਾਨੂੰਨ ਲਾਗੂ ਹੋ ਜਾਂਦੇ ਆ। ਪ੍ਰਾਈਵੇਟ ਹਾਕਾ ਮਾਰੂਗਾ ਵੀ ਮੇਰੇ ਕੋਲ ਆ ਜਾਓ, ਆ ਚੱਕੋ ਨਗਦ ਪੈਸੇ, ਉਧਰ ਜਾਣਗੇ। ਉਦੋਂ ਬਾਅਦ ਇੱਥੇ ਜਿੰਦਾ ਲੱਗ ਜੂ। ਉਦੋਂ ਬਾਅਦ ਕੀ ਹੋਇਆ ਕਰੂ, ਫਸਲ ਦਾ ਰੇਟ ਜਿੰਨਾ ਮਰਜ਼ੀ ਹੋਵੇ, ਉਹ ਕਹਿੰਦਾ ਮੈਂ ਤਾਂ 1000-1100 ਨੂੰ ਲੈਣੀ ਆ, ਵੇਚਣੀ ਵੇਚਣਾ ਜਿੱਥੇ ਮਰਜ਼ੀ ਛੱਡ ਦੇ। ਫਿਰ ਉਹ ਕਿੱਥੇ ਜਾਏਗਾ ਯਾਰ? ਕਿਤੇ ਨਾ ਕਿਤੇ ਇਹ ਬਹੁਤ ਵੱਡੀ ਇੱਕ ਗੇਮ ਹੈ। ਜਿਹੜੇ 3 ਕਾਨੂੰਨ ਹੈ ਨਾ, ਉਹਨੂੰ ਜੋੜ ਕੇ ਦੇਖਿਆ ਜਾਵੇ ਇਹਦੇ ਨਾਲ, ਉਹਦਾ ਹੀ ਇੱਕ ਪਾਰਟ ਹੈ। ਕਿਉਂਕਿ ਐਵੇਂ ਕਹਿੰਦੇ ਐ ਨਹੀਂ ਤੇ ਐ ਮਨਾ ਲਓ। ਮੈਂ ਉਹੀ ਗੱਲ ਕਰਨ ਲੱਗਾ, ਕਿਤੇ ਜਿਹੜਾ ਪ੍ਰਾਈਵੇਟ ਪਲੇਅਰਾਂ ਵਾਲੀ ਗੱਲ ਆ ਕਿ ਕਾਨੂੰਨ ਆਉਣ ਤੇ ਆਉਣਗੇ, ਮੈਨੂੰ ਲੱਗਦਾ ਕਿਤੇ ਐਦਗੀ ਤੇ ਨਾ ਆ ਜਾਣਗੇ ਜਿੱਦਾਂ ਦੀ ਸਥਿਤੀ ਬਣਦੀ ਜਾ ਰਹੀ ਹੈ। ਦੇਖੋ ਆਹ ਤਰੀਕਾ ਲੱਭ ਲਿਆ ਉਹਨਾਂ ਨੇ ਇੱਕ, ਕਿਉਂਕਿ ਜਿਹੜੇ ਸ਼ਾਤਰ ਦਿਮਾਗ ਹੈ ਨਾ, ਉਹ ਤਾਂ ਪੁੱਠਾ ਸੋਚਣਗੇ ਯਾਰ। ਉਹਨਾਂ ਨੇ ਉਹਦੇ ਵਿੱਚੋਂ ਹੀ ਇੱਕ ਚੀਜ਼ ਕੱਢ ਲਿਆਂਦੀ, ਉਹਦੇ ਵਿੱਚੋਂ ਇਹ ਲੱਭ ਕੇ ਲੈ ਕੇ ਆਏ ਵੀ ਐਂ ਕਰ ਦਿਓ ਪੇਮੈਂਟ ਦਾ ਕੰਮ। ਹੁਣ ਕਿਸਾਨਾਂ ਦੇ ਮਨਾਂ 'ਚ ਡਰ ਹੈ ਕਿ ਮੈਨੂੰ ਟਾਈਮ ਸਿਰ ਪੈਸੇ ਨਹੀਂ ਮਿਲਣੇ, ਜਾਂ ਉਹ ਕਦੋਂ ਮਿਲਣੇ ਨੇ, ਜਾਂ ਜੇ ਉਹ ਮਿਲ ਵੀ ਜਾਂਦੇ ਨੇ 1% ਤੇ ਆੜਤੀਏ ਨੇ ਗਾਂ ਉਹਨੂੰ ਐਡਵਾਂਸ ਨਹੀਂ ਦੇਣਾ, ਤੇ ਉਹ ਕੰਮ ਕਿੱਥੋਂ ਕਰੂਗਾ ਯਾਰ? ਮੈਨੂੰ ਦੱਸੋ। ਕਈ ਵਾਰੀ ਅਸੀਂ ਹੁਣ ਮੰਨ ਕੇ ਚਲੋ ਬੱਚੇ ਦੀ ਐਡਮਿਸ਼ਨ ਹੀ ਕਰਾਉਣੀ ਹੈ, ਤੇ ਉਹਦੇ ਕੋਲੇ ਮੰਨ ਲਓ 10,000 ਦੀ ਲੋੜ ਹੈ, ਉਹਦੇ ਕੋਲ 5,000 ਹੈ। ਉਹ ਆੜਤੀਏ ਨੂੰ ਕਹਿੰਦਾ ਯਾਰ 5,000 ਤੂੰ ਦੇ ਦੇ, ਉਹ ਕਹਿੰਦਾ ਕੋਈ ਗੱਲ ਨਹੀਂ, ਤੂੰ ਆਪਣੀ ਕਰਜ਼ ਸਰ ਲੈ ਜਾ। ਉਹ ਵੀ ਬੰਦ ਹੋ ਜਾਣਾ। ਕਿਤੇ ਨਾ ਕਿਤੇ ਇਹ ਸਾਰੀ ਆਰਥਿਕਤਾ ਜਿਹੜੀ ਹੈ ਨਾ, ਉਹ 'ਤੇ ਇਹ ਕਿਤੇ ਨਾ ਕਿਤੇ ਇੱਕ ਬਹੁਤ ਵੱਡਾ ਬਾਰ ਹੈ। ਔਰ ਸਾਨੂੰ ਮਾਰਨ ਲਈ ਇੱਕ ਨਵਾਂ ਤਰੀਕਾ ਲੱਭ ਲਿਆ। ਇਹ ਬੜਾ ਖਤਰਨਾਕ ਹੈ। ਔਰ ਇਹਦਾ ਜਿਹੜਾ ਤੁਸੀਂ ਦੇਖੋਗੇ ਆਉਣ ਵਾਲੇ ਸਮਿਆਂ 'ਚ ਰਿਜ਼ਲਟ, ਇਹਦੇ ਨਾਲ ਇੱਕ ਮੈਂ ਤਾਂ ਇਹ ਕਹਿੰਦਾ ਕਿ ਇਹਨਾਂ ਨੇ ਕੱਲ ਤੋਂ ਇਹ ਕਾਨੂੰਨ ਇੱਕ ਕਿਸਮ ਦੇ ਤੁਹਾਡੇ ਸਿਰ ਮੜ ਦਿੱਤੇ ਤਰੀਕੇ ਨਾਲ। ਇਹ ਤੁਸੀਂ ਵਿਚਾਰ ਕੇ ਦੇਖ ਲਿਓ ਕਿਤੇ ਇੱਕ ਉਹਨਾਂ ਨੇ ਇਹੋ ਜਿਹਾ ਉਹਦਾ ਤਰੀਕਾ ਲੱਭਿਆ ਕਿ ਜਿਹੜਾ ਆਹ ਗੇਮ ਖੇਡੀ ਕਿ ਤੁਹਾਡੇ ਸਿਰ ਮੜ ਦਿੱਤਾ। ਮੈਨੂੰ ਲੱਗਦਾ ਪੰਜਾਬ ਗਵਰਨਮੈਂਟ ਨੂੰ ਬਹੁਤ ਦਬਾਅ ਬਣਾਉਣਾ ਚਾਹੀਦਾ। ਔਰ ਇਹ ਹਿੰਦੁਸਤਾਨ ਜਿਹੜਾ ਇੰਡੀਆਜ਼ ਭਾਰਤ ਹੈ, ਇਹ ਇੱਕ ਸਮੂਹ ਹੈ ਸਟੇਟਾਂ ਦਾ, ਤੇ ਮੈਨੂੰ ਲੱਗਦਾ ਸਟੇਟਾਂ ਨੂੰ ਇਗਨੋਰ ਕਰ ਨਹੀਂ ਸਕਦੇ, ਕਿਉਂਕਿ ਸਾਰਾ ਸਿਸਟਮ ਇੱਕ ਦੂਜੇ ਨਾਲ ਜੁੜਿਆ ਹੋਇਆ। ਤੇ ਮੈਨੂੰ ਲੱਗਦਾ ਕਿ ਥੋੜਾ ਜਿਹਾ ਗਵਰਨਮੈਂਟ ਨੂੰ ਹੋਰ ਪ੍ਰੈਸ਼ਰ ਬਣਾਉਣਾ ਚਾਹੀਦਾ, ਔਰ ਇਹਨੂੰ ਇਸ ਚੀਜ਼ ਨੂੰ ਲਾਗੂ ਨਹੀਂ ਹੋਣ ਦੇਣਾ ਚਾਹੀਦਾ। ਅੱਛਾ, ਸਰਕਾਰ ਦੇ ਨਾਲ ਆੜਤੀਆਂ ਦੀ ਵੀ ਗੱਲਬਾਤ ਚੱਲਦੀ ਪਈ ਆ ਹੜਤਾਲ ਨੂੰ ਲੈ ਕੇ। ਕੱਲ ਵੈਸੇ ਪ੍ਰੋਸੈਸ ਕੀ ਰੱਖਿਆ ਹੋਇਆ ਕਿ ਜੇਕਰ ਕੋਈ ਕਿਸਾਨ ਕਣਕ ਦੀ ਫਸਲ ਲੈ ਕੇ ਆਉਂਦਾ ਤਾਂ ਕਿੱਦਾਂ ਉਹਦੀ ਅਦਾਇਗੀ ਹੋਏਗੀ, ਜਾਂ ਕਿੱਦਾਂ ਉਹਦੀ ਫਸਲ ਇੱਥੇ ਵਿਕੇਗੀ? ਦੇਖੋ, ਮੈਂ ਤਾਂ ਪਹਿਲਾਂ ਹੀ ਕਹਿ ਦਿੱਤਾ ਕਿ ਸਾਡੇ ਵੱਲੋਂ ਤਿਆਰੀ ਪੂਰੀ ਹੈ। ਮਾਰਕੀਟ ਕਮੇਟੀਆਂ ਨੇ ਫੁੱਲ ਤਿਆਰੀ ਕੀਤੀ ਹੋਈ। ਆੜਤੀਆ ਤਿਆਰ ਬੈਠਾ, ਲੇਬਰ ਲੈ ਕੇ ਬੈਠਾ, ਉਹਨੇ ਲੇਬਰਾਂ ਨੂੰ ਐਡਵਾਂਸ ਦੇ ਕੇ ਵੀ ਲਿਆਂਦਾ ਹੋਇਆ। ਪਰ ਜਦੋਂ ਪੇਮੈਂਟ ਦਾ ਮਸਲਾ ਖੜਾ ਹੋ ਗਿਆ, 1% ਮੰਨ ਲਓ ਹੜਤਾਲ ਹੋ ਜਾਂਦੀ ਹੈ, ਆਹ ਫਸਲ ਕਿੱਥੇ ਜਾਏਗੀ? ਔਰ ਕਦੇ ਉਹਦੀ ਮਾਨਸਿਕਤਾ ਦੇਖੀ? ਉਹ ਜਿਹੜੇ ਉਹ ਸੈਂਟਰ 'ਚ ਏਸੀਆਂ 'ਚ ਬੈਠ ਕੇ ਫੈਸਲਾ ਕਰਨ ਡਏ ਨੇ, ਕਦੇ ਉਹਨਾਂ ਨੇ ਦੇਖਿਆ ਕਿ ਭਾਈ ਆਮ ਬੰਦਾ ਕਿਵੇਂ ਜੀਂਦਾ? ਮੈਂ ਤਾਂ ਸਿੱਧੀ ਜੀ ਗੱਲ ਕਹਿ ਦਿਆਂ, ਜਿਹੜੀ ਮੈਨੂੰ ਗੱਲ ਕੌੜੀ ਜ਼ਰੂਰ ਹੈ, ਕਿ ਸਾਨੂੰ ਆਪਣੇ ਬੱਚਿਆਂ ਨੂੰ ਰਾਜਨੀਤੀ ਪੜ੍ਹਾਉਣੀ ਪਊ, ਉਹਨੂੰ ਸਿਖਾਉਣੀ ਪਊ। ਸਾਡੇ ਦੇ ਵਿੱਚੋਂ ਲੀਡਰ ਨਿਕਲਣਗੇ ਤਾਂ ਸਿਸਟਮ ਚੇਂਜ ਹੋਣਾ, ਨਹੀਂ ਤਾਂ ਪੋਤੇ ਪੜੋਤੇ ਉਹਨਾਂ ਦੇ ਬਣੀ ਜਾਣੇ, ਉਹਨਾਂ ਨੂੰ ਆਮ ਬੰਦੇ ਦਾ ਦੁੱਖ ਨਹੀਂ ਲੱਭਣਾ। ਇਸ ਕਰਕੇ ਆਮ ਬੰਦੇ ਨੂੰ ਹੀ ਅੱਗੇ ਆਉਣਾ ਪਊ। ਕਿਉਂਕਿ ਹੁਣ ਸਮਾਂ ਬਦਲ ਚੁੱਕਾ। ਜੰਗ ਇਹ ਨਹੀਂ ਹੁੰਦਾ ਕਿ ਹਥਿਆਰਾਂ ਨਾਲ ਲੜੀ ਜਾਂਦੀ ਆ, ਜੰਗ ਅਕਲ ਨਾਲ ਵੀ ਲੜੀ ਜਾਂਦੀ ਹੈ। ਕਿਉਂ ਨਹੀਂ ਅਸੀਂ ਰਾਜਨੀਤੀ ਆਪਣੇ ਬੱਚਿਆਂ ਨੂੰ ਦਿੰਦੇ ਯਾਰ? 6ਵੇਂ ਪਾਤਸ਼ਾਹ ਦਾ ਦਿੱਤਾ ਹੋਇਆ ਸਾਨੂੰ ਇੱਕ ਗਿਫਟ ਹੈ ਕਿ ਰਾਜਨੀਤੀ ਪਵਿੱਤਰ ਹੈ, ਤੇ ਸਾਨੂੰ ਕੀ ਸਿਖਾਇਆ ਜਾਂਦਾ? ਇਹ ਬੜੀ ਗੰਦੀ ਹੈ। ਕਿਉਂ ਸਿਖਾਇਆ ਜਾਂਦਾ? ਕਿ ਤੁਸੀਂ ਪਾਸੇ ਹੋ ਜਾਓ, ਫਿਰ ਰਾਜ ਤੁਹਾਨੂੰ ਪਤਾ ਹੀ, ਮੈਂ ਸਿੱਧਾ ਕਹਿ ਦਾਂਗਾ, ਫਿਰ ਅਕਲਮੰਦ ਕਦੇ ਰਾਜ ਨਹੀਂ ਕਰ ਸਕਦਾ ਜਿੰਨਾ ਚਿਰ ਤੁਸੀਂ ਮੂਹਰੇ ਨਹੀਂ ਆਉਂਦੇ। ਸਾਨੂੰ ਮੂਹਰੇ ਆਉਣਾ ਪਊ, ਤੁਹਾਡੇ ਵਰਗੇ ਪੱਤਰਕਾਰਾਂ ਨੂੰ ਮੂਹਰੇ ਆਉਣਾ ਪਊ। ਲੱਗਦਾ ਕਿਸਾਨ ਅੰਦੋਲਨ ਬਹੁਤ ਕੁਝ ਸਿਖਾ ਦੇਗਾ ਇਸ ਵਾਰ। ਅੱਛਾ, ਕੱਲ ਜਿੱਦਾਂ ਹੁਣ ਪੁਲਿਸ ਦੀ ਮੌਜੂਦਗੀ ਵੀ ਕਹਤਾ ਕਿ ਪੁਲਿਸ ਦੀ ਮੌਜੂਦਗੀ 'ਚ ਇਹ ਹੋਊਗਾ ਜਿੱਦਾਂ ਦਾ ਭੰਬਲ ਭੂਸਾ ਪਿਆ ਹੋਇਆ, ਕਿ ਕਿਤੇ ਕੋਈ ਇਦਾਂ ਦਾ ਨਾ ਹੋਏ। ਕਰੋਨਾ ਦੀ ਗਾਈਡਲਾਈਨ ਵੀ ਹੈਗੀ ਹੈ। ਕਣਕ ਦੀ ਫਸਲ ਦੀ ਕਰਨ ਦਾ ਮੈਂ ਟੋਕਨ ਦਿੱਤੇ ਜਾਣਗੇ, ਕਿੱਦਾਂ ਇਹ ਪ੍ਰੋਸੈਸ ਕਿੱਦਾਂ ਚੱਲੇਗਾ? ਦੇਖੋ, ਇਹ ਟੋਕਨ ਸਿਸਟਮ ਹੀ ਹੈ। ਅਸੀਂ ਆੜਤੀਏ ਨੂੰ ਮਾਰਕੀਟ ਕਮੇਟੀ ਵਾਲੇ ਟੋਕਨ ਦੇਵਾਂਗੇ, ਫਿਰ ਉਹ ਕਿਸਾਨ ਦੀ ਜਿਹਨੂੰ ਲੋੜ ਹੈ, ਜਿਹਦਾ ਪੱਕੀ ਫਸਲ, ਉਹਨੂੰ ਟੋਕਨ ਦੇਵੇਗਾ, ਤਾਂ ਫਿਰ ਉਹ ਜਿਹੜੀ ਫਸਲ ਇੱਥੇ ਆਵੇਗੀ। ਉਹ ਸਿਸਟਮ ਠੀਕ ਹੈ, ਉਹ ਨਹੀਂ ਮਾੜਾ। ਉਹ ਸਮਾਂ ਤੇ ਕਿਸਾਨ ਸੌਖਾ ਰਹਿੰਦਾ, ਪਰ ਸਮੱਸਿਆ ਤਾਂ ਪੈਸਿਆਂ ਦੀ ਹੈ ਨਾ। ਮੈਂ ਫਸਲ ਵੀ ਲੈ ਆਇਆ, ਫਸਲ ਮੇਰੀ ਬੋਰੀਆਂ 'ਚ ਵੀ ਪੈ ਗਈ, ਮੇਰੇ ਬੱਚੇ ਘਰ ਰੋਂਦੇ ਰਹਿ ਗਏ, ਉਹਨੂੰ ਤਾਂ ਟਾਈਮ ਸਿਰ ਚੀਜ਼ ਨਹੀਂ ਮਿਲੀ। ਯਾਰ ਕਹਿੰਦੇ ਈਦ ਨੰਗੀ ਤੇ ਤੰਬਾ ਫੂਕਣਾ, ਪੰਜਾਬੀ ਦੀ ਕਹਾਵਤ ਹੈ ਨਾ। ਤੇ ਸਾਨੂੰ ਤਾਂ ਅੱਜ ਜ਼ਰੂਰਤ ਹੈ। ਹੁਣ ਜਿਸ ਵੀ ਜ਼ਿਮੀਂਦਾਰ ਦੀ ਫਸਲ ਆਈ ਹੋਈ ਹੈ ਨਾ, ਉਹ ਜ਼ਿਮੀਂਦਾਰ ਦੇ ਬੱਚੇ ਆਸ ਕਰਦੇ ਹੋਣੇ ਕਿ ਫਾਦਰ ਸਾਹਿਬ ਸ਼ਾਮ ਨੂੰ ਕੁਝ ਲੈ ਕੇ ਆਉਣਗੇ, ਕਿਉਂਕਿ ਸਾਡੇ ਘਰਾਂ ਦਾ ਤਾਂ ਇੱਕ ਰਿਵਾਜ ਹੁੰਦਾ ਕਿ ਸ਼ਾਮ ਨੂੰ ਮਿੱਠਾ ਲੈ ਕੇ ਜਾਂਦੇ ਵੀ ਅੱਜ ਮੈਂ ਫਸਲ ਮੰਡੀ ਲੈ ਕੇ ਗਿਆ ਸੀ। ਤੇ ਉਹ ਵਿਚਾਰਾ ਮਿੱਠਾ ਕਿੱਥੋਂ ਲਿਆਊ? ਆੜਤੀਏ ਨੇ 100 ਰੁਪਈਆ ਨਹੀਂ ਉਹਨੂੰ ਦੇਣਾ, ਡਰਦੇ ਨੇ। ਉਹਨੇ ਕਹਿਣਾ ਮੈਂ ਵਾਪਸ ਕਿੱਥੋਂ ਲੈਣੇ ਆ? ਯਾਰ ਕਿਤੇ ਨਾ ਕਿਤੇ ਭਾਵਨਾਵਾਂ ਨਾਲ ਖੇਡਿਆ ਜਾ ਰਿਹਾ। ਤੇ ਮੈਂ ਤਾਂ ਇੱਕੋ ਹੀ ਬੇਨਤੀ ਕਰਾਂਗਾ ਤੁਹਾਡੇ ਵਰਗੇ ਚੈਨਲਾਂ ਨੂੰ, ਕਿਉਂਕਿ ਚੰਗੇ ਚੈਨਲ ਹੈ ਜਿਹੜੇ ਹੈ ਨਾ, ਉਹ ਬਹੁਤ ਕੁਝ ਬਦਲ ਦਿੰਦੇ ਆ। ਕਿਉਂਕਿ ਆਵਾਜ਼ ਹੈ। ਇੱਕ ਜ਼ਮਾਨਾ ਸੀ ਜਦੋਂ ਸਟੇਜ ਤੇ ਖੜ ਕੇ ਬੋਲਿਆ ਜਾਂਦਾ ਸੀ, ਆਵਾਜ਼ ਉੱਥੇ ਤੱਕ ਪਹੁੰਚਦੀ ਸੀ। ਅੱਜ ਇਸ ਯੁੱਗ ਨੇ ਪੂਰੀ ਦੁਨੀਆ ਤੇ ਆਵਾਜ਼ ਕਮਾ ਦੇਣੀ ਆ। ਮੈਂ ਤਾਂ ਕਹਿੰਦਾ ਉਹਨਾਂ ਯਾਰ ਆਪਾਂ ਉਹ ਗੀਤਾਂ ਨੂੰ ਇੰਨਾ ਸ਼ੇਅਰ ਮਾਰ ਦਿੰਦੇ ਆ,
ਹੈ ਫਿਲਮਾਂ ਨੂੰ ਇੰਨਾ ਕੁਝ ਕਰਦੇ ਆ, ਆਪਾਂ ਚੰਗੀਆਂ ਖਬਰਾਂ ਨੂੰ ਕਿਉਂ ਨਹੀਂ ਸ਼ੇਅਰ ਮਾਰਦੇ ਯਾਰ? ਇਹ ਵੀ ਇੱਕ ਸਮੱਸਿਆ। ਇਹ ਸਾਨੂੰ ਬਦਲਣਾ ਪਊ। ਮੈਂ ਤਾਂ ਪਹਿਲਾਂ ਹੀ ਕਹਿਤਾ ਕਿ ਸਾਨੂੰ ਹਰ ਇੱਕ ਬੰਦੇ ਨੂੰ ਸੈਨਿਕ ਬਣ ਕੇ ਅੱਗੇ ਆਉਣਾ ਪਊ, ਸੈਨਿਕ ਸਿਪਾਹੀ ਬਣ ਕੇ ਲੜਨਾ ਪਊਗਾ ਕਿ ਹਾਂ ਵੀ ਮੈਂ ਆਪਣੇ ਸਮਾਜ ਦਾ ਨੁਕਸਾਨ ਨਹੀਂ ਹੋਣ ਦੇਣਾ। ਓਵਰਆਲ ਅਸੀਂ ਖਾਣਾ ਦਾ ਭੋਜਨ ਹੈ। ਤੇ ਮੈਨੂੰ ਇੰਨੀ ਗੱਲ ਦੱਸ ਦਿਓ ਕਿ ਕਣਕ ਕਿਸੇ ਫੈਕਟਰੀ ਵਿੱਚ ਪੈਦਾ ਹੋ ਸਕਦੀ ਹੈ? ਕਿਤੇ ਨਾ ਕਿਤੇ ਖੇਤਾਂ 'ਚ ਹੀ ਪੈਦਾ ਹੁੰਦੀ ਹੈ ਨਾ। ਤੇ ਕਦੇ ਜਿਹੜਾ ਬੰਦਾ ਪੈਦਾ ਕਰਦਾ ਉਹਦਾ ਦੁੱਖ ਸੁਣਿਆ? ਕਦੇ ਉਹਨੂੰ ਸੱਪ ਵੱਢ ਜਾਂਦਾ, ਕਦੇ ਉਹ ਵਿਚਾਰਾ ਦੀ ਲੱਤ ਗਲੀ ਹੁੰਦੀ ਹੈ, ਉਹਦੀ ਉਂਗਲਾਂ ਗਲ ਜਾਂਦੀਆਂ ਪੈਰਾਂ ਦੀਆਂ। ਕਿਉਂਕਿ ਮੈਂ ਸਥਿਤੀਆਂ ਦੇਖੀਆਂ, ਕਿਉਂਕਿ ਮੈਂ ਗੱਲਾਂ ਨਹੀਂ ਕਰਦਾ, ਮੈਂ ਇੱਥੋਂ ਜਾਂਦਾ ਜਾ ਕੇ ਸਾਰਾ ਘਰ ਦਾ ਕੰਮ ਦੇਖਦਾ, ਖੇਤੀ ਆਪ ਕਰਦਾ, ਆਪਣੇ ਬਾਪ ਨੂੰ ਪੱਠੇ ਵੱਢ ਕੇ ਦਿੰਦਾ, ਭਾਈ ਤੂੰ ਮਗਰੋਂ ਪਾਉਂਦਾ ਰਹੀ ਪਸ਼ੂਆਂ ਨੂੰ। ਕਿਉਂਕਿ ਸਾਹਿਬ ਜਿੱਦਾਂ ਗੱਲ ਕਰਦੇ ਸੀ ਆਪਾਂ ਵੀ ਅਜਿਹੇ ਕਾਨੂੰਨ ਬਣਾ ਕੇ ਆੜ੍ਹਤੀਆਂ ਤੇ ਕਿਸਾਨਾਂ ਦੇ ਵਿੱਚ ਪਾੜ ਪਾਉਣ ਦੀ ਕੋਸ਼ਿਸ਼ ਹੈ। ਮੈਨੂੰ ਲੱਗਦਾ ਕੱਲ ਵੀ ਅਜਿਹੀ ਸਥਿਤੀ ਨਾ ਬਣ ਜਾਏ, ਕਿਉਂਕਿ ਆੜ੍ਹਤੀਆਂ ਨੇ ਕਹਿਣਾ ਕਿ ਅਸੀਂ ਹੜਤਾਲ ਕਰ ਰਹੇ ਹਾਂ, ਅਸੀਂ ਨਹੀਂ ਵੇਚਣੀ। ਕੋਈ ਚੰਗਾ ਜਿਹੜਾ ਕਿਸਾਨ ਆ ਜਿਹਦੀ ਵੱਧ ਜ਼ਮੀਨ ਆ ਉਹ ਤਾਂ ਮਹੀਨਾ ਖੰਡ ਰੱਖ ਵੀ ਲਊਗਾ, ਆਪਣੇ ਕੋਲ ਸਟੋਰ ਵੀ ਕਰ ਦਊਗਾ ਵੀ ਚਲੋ ਨਹੀਂ। ਪਰ ਜਿਹੜੇ ਛੋਟੇ ਕਿਸਾਨ ਆ ਉਹਨਾਂ ਦੀ ਤਾਂ ਆਮਦਨੀ ਇਹਦੇ ਉੱਤੇ ਡਿਪੈਂਡ ਆ, ਸਾਰਾ ਕੁਝ ਉਹਨਾਂ ਦਾ ਇਹਦੇ ਉੱਪਰ ਡਿਪੈਂਡ ਆ। ਜੇਕਰ ਇੱਥੇ ਖਰੀਦਣਾ ਹੋਈ ਤਾਂ ਮੈਨੂੰ ਲੱਗਦਾ ਫਿਰ ਪ੍ਰਾਈਵੇਟ ਪਲੇਅਰਾਂ ਕੋਲ ਨਾ ਜਾਣਾ ਪਵੇ। ਯਾਰ ਉਹ ਤਾਂ ਵੱਢ ਵੀ ਨਹੀਂ ਪਾਊਗਾ, ਕਿਉਂਕਿ ਛੋਟੇ ਕਿਸਾਨ ਕੋਲ ਤਾਂ ਟਰੈਕਟਰ ਵੀ ਨਹੀਂ ਹੁੰਦੇ। ਜੇ ਕਿਸੇ ਕੋਲ ਵਿਚਾਰੇ ਕੋਲ ਛੋਟਾ ਮੋਟਾ ਟਰੈਕਟਰ ਹੈ ਤਾਂ ਟਰਾਲੀਆਂ ਹੈ ਨਹੀਂ, ਉਹ ਤਾਂ ਫਿਰ ਫਸਲ ਰੁਲ ਜੂ ਕਿਤੇ ਨਾ ਕਿਤੇ। ਦੇਖੋ ਇਹ ਛੋਟੇ ਜਾਂ ਵੱਡੇ ਦੀ ਗੱਲ ਨਹੀਂ ਹੈ। ਇੱਥੇ ਸਾਡੇ ਸਮਾਜ ਦਾ ਇੱਕ ਸਿਸਟਮ ਹੈ, ਸਾਡੇ ਪਰਿਵਾਰਾਂ ਨੂੰ ਇੱਕ ਚੰਗੀ ਵਿਚਾਰਧਾਰਾ ਦਿੱਤੀ ਗਈ ਹੈ ਕਿ ਭਾਈ ਤੁਸੀਂ ਇੱਕ ਦੂਜੇ ਦੀ ਹੈਲਪ ਕਰਨੀ। ਅਸੀਂ ਕਣਕਾਂ ਇੱਕ ਦੂਜੇ ਦੀਆਂ ਵਢਾਉਂਦੇ ਹਾਂ, ਇੱਕ ਦੂਜੇ ਦੇ ਨਾਲ ਅਸੀਂ ਮਦਦ ਕਰਦੇ ਹਾਂ ਕਿ ਭਾਈ ਮੈਂ ਤੇਰੀ ਜਿਹੜੀ ਫਸਲ ਹੈ ਤੇਰੇ ਨਾਲ ਵਢਾ ਦਿੰਦਾ, ਤੂੰ ਮੰਡੀ ਜਾ ਕੇ ਆਪਣੀ ਫਸਲ ਵੱਢਿਆ ਤੇ ਤੂੰ ਆਪਣੀ ਫਸਲ ਜਾ ਕੇ ਸਿੱਟਣ ਤੋਂ ਬਾਅਦ ਉਹ ਫਿਰ ਟਰਾਲੀ ਵਿਹਲੀ ਹੋ ਜਾਂਦੀ, ਫਿਰ ਉਹ ਆਪਣਾ ਸਾਰ ਲੈਂਦਾ। ਹੁਣ ਜਦੋਂ ਕੱਲ ਮੰਨ ਲਓ 1% ਕੱਲ ਨੂੰ ਸਟ੍ਰਾਈਕ ਹੋ ਜਾਂਦੀ ਹੈ ਤੇ ਉਹ ਟਰਾਲੀਆਂ ਭਰੀਆਂ ਖੜ ਜਾਣੀਆਂ, ਛੋਟੇ ਦੇ ਵਿਚਾਰੇ ਦਾ ਕਿੱਲਾ 2 ਕਿੱਲੇ ਜਿਹੜੇ ਉਹ ਪੱਕੇ ਪਏ ਆ ਉਹ ਖੇਤਾਂ 'ਚ ਹੀ ਰੁਲ ਜਾਣੇ ਆ, ਸੁੱਕੀ ਫਸਲ ਹੈ। ਮੈਨੂੰ ਲੱਗਦਾ ਜਿਹੜੇ ਸੈਂਟਰ 'ਚ ਬੈਠੇ ਉਹਨਾਂ ਨੂੰ ਵਿਚਾਰਨਾ ਚਾਹੀਦਾ ਇਸ ਗੱਲ ਨੂੰ। ਜੇਕਰ ਹੜਤਾਲ ਵੀ ਹੋ ਜਾਂਦੀ, ਸਭ ਤੋਂ ਵੱਡਾ ਨੁਕਸਾਨ ਫਿਰ ਕਿਸਾਨਾਂ ਨੂੰ ਹੀ ਹੈ। ਕੇਂਦਰ ਸਰਕਾਰ ਤੇ ਉੱਥੇ ਬੈਠੀ ਸਾਜ਼ਿਸ਼ਾਂ ਰਚੀ ਜਾ ਰਹੀ ਆ ਜਾ ਕੇ ਨੁਕਸਾਨ ਤਾਂ ਕਿਸਾਨਾਂ ਨੂੰ ਹੋ ਰਿਹਾ। ਯਾਰ ਮੈਂ ਤਾਂ ਹੈਰਾਨ ਬੜਾ ਹੁੰਨਾ ਵੀ ਤੁਸੀਂ ਜਿਹੜੇ ਫੈਸਲੇ ਲੈ ਰਹੇ ਹੋ ਤੁਸੀਂ ਕੀ ਖਾਂਦੇ ਹੋ ਯਾਰ? ਇੱਟਾਂ ਰੋੜੇ ਖਾਂਦੇ ਹੋ, ਉਹ ਵੀ ਤਾਂ ਭੋਜਨ ਹੀ ਕਰਦੇ। ਮੈਂ ਤਾਂ ਹੈਰਾਨ ਹੈ ਕਿ ਇਸੇ ਕਿਸਾਨ ਦਾ ਉਗਾਇਆ ਹੋਇਆ ਅੰਨ ਖਾ ਕੇ ਵੀ ਉਹਦੇ ਖਿਲਾਫ ਫੈਸਲੇ ਲੈ ਰਹੇ ਹੋ। ਤੇ ਮੈਂ ਤਾਂ ਇਹ ਕਹਾਂ ਕਿ ਇਨਸਾਨ ਨਹੀਂ ਸ਼ੈਤਾਨਾਂ ਵਾਲੀ ਨੀਤੀ ਹੈ, ਕਿਤੇ ਨਾ ਕਿਤੇ ਆਸਾਨ ਫਰਾਮੋਸ਼ ਵਾਲੀ ਜਿਹੜੀ ਨੀਤੀ ਬਣਾਈ ਜਾ ਰਹੀ ਹੈ ਕਿ ਭੋਜਨ ਮੈਂ ਤੇਰੇ ਖੇਤ ਦਾ ਖਾਣਾ ਪਰ ਮੈਂ ਰਹੂੰ ਤੇਰੇ ਖਿਲਾਫ। ਇਹੋ ਜਿਹੀ ਸੋਚ ਨਾ ਲੋਕਾਂ ਦੀ ਹੋਊਗੀ। ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਸਾਨੂੰ ਹਰ ਇੱਕ ਬੰਦੇ ਨੂੰ ਜਾਗਰੂਕ ਹੋਣਾ ਪਊ ਔਰ ਇਹੋ ਜਿਹੇ ਲੋਕਾਂ ਨੂੰ ਮੂੰਹ ਨਾ ਲਾਇਆ ਜਾਵੇ। ਅੱਛਾ, ਬਹੁਤ ਵੱਡਾ ਮੁੱਦਾ ਬਣ ਗਿਆ। ਤੁਹਾਨੂੰ ਵੀ ਇਨਕੁਆਇਰੀਆਂ ਆਉਂਦੀਆਂ ਹੋਣਗੀਆਂ ਕਿਸਾਨਾਂ ਦੀਆਂ ਕਿ ਕੱਲ ਕੀ ਹੋਏਗਾ, ਜਾਂ ਆੜ੍ਹਤੀ ਕਹਿ ਰਹੇ ਹੋਣਗੇ ਕੀ ਹੋਏਗਾ, ਕੀ ਇਨਕੁਆਇਰੀ ਕੀ ਕਿਸਾਨਾਂ ਦਾ ਕਿੱਦਾਂ ਦਾ ਡਰ ਮਹਿਸੂਸ ਹੋ ਰਿਹਾ? ਦੇਖੋ ਕਿਸਾਨ ਫੋਨ ਕਰ ਰਹੇ ਨੇ ਵਾਰ-ਵਾਰ ਕਣਕ ਵਿਕ ਜੂ। ਮੈਂ ਤਾਂ ਇੱਥੇ ਤੱਕ ਵੀ ਇੱਕ ਆੜ੍ਹਤੀ ਦਾ ਮੈਨੂੰ ਫੋਨ ਆਇਆ ਸੀ, ਮੈਨੂੰ ਗੱਲ ਯਾਦ ਆ ਗਈ, ਉਹਦੇ ਅੱਖਾਂ 'ਚ ਪਾਣੀ ਸੀ, ਮੈਨੂੰ ਬਿਲਕੁਲ ਮਹਿਸੂਸ ਹੋ ਰਿਹਾ ਸੀ, ਫੋਨ ਤੇ ਰੋ ਰਿਹਾ ਸੀ। ਕਹਿੰਦਾ ਕੀ ਬਣੂ, ਮੇਰੇ ਬੱਚਿਆਂ ਦਾ ਕੀ ਬਣੂ? ਮੈਂ ਤਾਂ ਕਿਸਾਨਾਂ ਨੂੰ ਐਡਵਾਂਸ ਵੀ ਦਿੰਦਾ। ਔਰ ਕਹਿੰਦਾ ਕਿਸਾਨ ਮੇਰੇ ਕੋਲ ਆ ਕੇ ਰੋਂਦੇ ਸੀ ਤਾਂ ਮੇਰਾ ਰੋਣਾ ਨਿਕਲ ਗਿਆ। ਇਹ ਮਤਲਬ ਸੱਚਾਈ ਹੈ। ਇੱਕ ਆੜ੍ਹਤੀ ਦਾ ਮੈਨੂੰ ਫੋਨ ਆਇਆ, ਕਿਉਂਕਿ ਮੈਂ ਕਿਸੇ ਦਾ ਨਾਂ ਨਹੀਂ ਲੈਣਾ ਚਾਹੁੰਦਾ, ਕਈ ਵਾਰੀ 100 ਮਜਬੂਰੀਆਂ ਹੁੰਦੀਆਂ ਤੇ ਕਿਤੇ ਨਾ ਕਿਤੇ ਯਾਰ ਦੁੱਖ ਨਹੀਂ ਦਿੰਦਾ। ਉਹ ਬੰਦਾ ਰੋ ਰਿਹਾ ਸੀ ਕਿ ਮੈਂ ਤਾਂ ਐਡਵਾਂਸ ਦਿੱਤਾ ਹੋਇਆ ਲਿਮਟਾਂ ਚੱਕ ਕੇ ਵੀ ਕੰਮ ਚੱਲ ਪਵੇ ਕਾਰੋਬਾਰ। ਮੈਂ ਜ਼ਿਮੀਂਦਾਰ ਨੂੰ ਦੁੱਖ ਨਹੀਂ ਹੋਣ ਦਿੱਤਾ। ਜ਼ਿਮੀਂਦਾਰ ਰਾਤ ਨੂੰ ਵੀ ਫੋਨ ਕਰਦਾ ਕਿ ਮੇਰੇ ਬਜ਼ੁਰਗ ਬਿਮਾਰ ਹੋ ਗਿਆ ਜਾਂ ਮੈਂ ਬਿਮਾਰ ਹੋ ਗਿਆ, ਮੈਨੂੰ ਦੇ 10,000। ਉਹ ਸਕੂਟਰ ਜਾਂ ਕਾਰ ਚੱਕ ਕੇ ਮਗਰ ਫੜਾ ਕੇ ਆਉਂਦਾ ਹਸਪੀਟਲ। ਇਹੋ ਜਿਹਾ ਸਿਸਟਮ ਹੈ। ਇੱਕ ਵਾਰੀ ਖੁਦ ਮੈਂ ਬਿਮਾਰ ਹੋ ਗਿਆ ਸੀ, ਮੈਨੂੰ ਯਾਦ ਆ ਗਿਆ, ਤੇ ਮੇਰਾ ਆੜ੍ਹਤੀਆ ਜਾ ਕੇ ਉੱਥੇ ਹਸਪੀਟਲ ਪੈਸੇ ਦੇ ਕੇ ਆਇਆ ਸੀ ਬਈ ਇਹਦਾ ਇਲਾਜ ਠੀਕ ਹੋ ਜਾਏ। ਤੇ ਅਸੀਂ ਉਸ ਬੰਦੇ ਨੂੰ ਸਾਈਡ ਤੇ ਸਿੱਟ ਰਹੇ ਹਾਂ ਯਾਰ। ਉਹ ਕਿਤੇ ਨਾ ਕਿਤੇ ਜੇ ਕਿਸਾਨ ਵੀ ਸਾਧੂ ਆ ਨਾ, ਆੜ੍ਹਤੀਆ ਵੀ ਇੱਕ ਸਾਧੂ ਆ, ਉਹ ਵੀ ਸੇਵਾ ਕਰ ਰਿਹਾ। ਕਿਤੇ ਨਾ ਕਿਤੇ ਇੱਕ ਦੂਜੇ ਨਾਲ ਜੁੜੇ ਹੋਏ ਆ। ਅਸੀਂ ਇੱਕ ਕੜੀ ਆ, ਇੱਕ ਦੂਜੇ ਕੜੀ ਤੋਂ ਕੜੀ ਗਾਂਹ ਦੀ ਗਾਂਹ ਨਾ ਸਟੈਪ ਬਾਈ ਇੱਕ ਦੂਜੇ ਨਾਲ ਜੁੜੇ ਹੋਏ ਆ ਤੇ ਅਸੀਂ ਉਹਨੂੰ ਦੱਬ ਨਹੀਂ ਸਕਦੇ। ਤੇ ਜੇ ਇਹ ਦੱਬਣਗੇ ਫਿਰ ਜਦੋਂ ਆਪਾਂ ਕਿਸੇ ਚੀਜ਼ ਨੂੰ ਜ਼ਿਆਦਾ ਦਵਾਉਂਦੇ ਆ ਨਾ, ਫਿਰ ਜ਼ੋਰ ਨਾਲ ਉੱਭਰ ਕੇ ਆਉਂਦੀ ਹੈ। ਇਹ ਵੀ ਦੇਖ ਲੈਣਾ ਤੁਸੀਂ। ਲੱਗਦਾ ਕੱਲ ਜਦੋਂ ਸ਼ੁਰੂ ਹੋਏਗੀ ਖਰੀਦ ਤਾਂ ਪੁਰਾਣੇ ਸਿਸਟਮ ਦੇ ਨਾਲ ਸ਼ੁਰੂ ਹੋਏਗੀ ਕਿ ਜਾਂ ਲੱਗਣਗੇ ਦਾਅ ਪੇਚ ਨਵੇਂ? ਹੁਣ ਦੇਖੋ ਮੈਨੂੰ ਤਾਂ ਐਂ ਲੱਗਦਾ ਕਿ ਇਹਨਾਂ ਨੂੰ ਬਦਲ ਜਾਣਾ ਚਾਹੀਦਾ। ਪੁਰਾਣਾ ਸਿਸਟਮ ਬਹੁਤ ਜ਼ਿਆਦਾ ਸਕਸੈਸਫੁਲ ਹੈ। ਔਰ ਜਦੋਂ ਕਿਸਾਨਾਂ ਨੂੰ ਬੈਂਕਾਂ ਲੋਨ ਨਹੀਂ ਸੀ ਦਿੰਦੀਆਂ ਹੁੰਦੀਆਂ ਨਾ, ਉਦੋਂ ਕਿਸਾਨ ਸੁਸਾਈਡ ਨਹੀਂ ਸੀ ਕਰਦੇ। ਇਹ ਵੀ ਇੱਕ ਸੋਚੀ ਸਮਝੀ ਸਾਜ਼ਿਸ਼ ਤਹਿਤ ਸਭ ਕੁਝ ਹੋਇਆ ਹੈ। ਅੱਜ ਕਿਸਾਨਾਂ ਸਿਰ ਤਾਂ ਕਰਜ਼ਾ ਪਹਿਲਾਂ ਹੀ ਬੜਾ ਤੇ ਉਲਟਾ ਤੁਸੀਂ ਉਹਨੂੰ ਫੇਰ ਦੱਬ ਰਹੇ ਹੋ। ਉਹ ਯਾਰ ਖਾਓਗੇ ਕੀ? ਕਦੇ ਜਿਹੜੇ ਜੇਐਸ ਕਾਰਪੋਰੇਟ ਲਈ ਅੱਜ ਸੈਂਟਰ ਸਰਕਾਰ ਕੰਮ ਕਰ ਰਹੀ ਹੈ, ਕਦੇ ਉਹਨੇ ਕਿਸੇ ਮਜ਼ਦੂਰ ਦਾ ਦੁੱਖ ਦੇਖਿਆ? ਕਦੇ ਉਹਨੇ ਇੱਕ ਦਿਨ ਉਸ ਕਿਸਾਨ ਦੀ ਝੁੱਗੀ 'ਚ ਰਹਿ ਕੇ ਦੇਖਿਆ ਜਿਹਨੇ ਕਦੇ ਕੋਈ ਸੁੱਖ ਨਹੀਂ ਲੈ ਕੇ ਦੇਖਿਆ? ਕਦੇ ਜਿਸ ਬੰਦੇ ਨੇ ਆਪਣੇ ਬੱਚਿਆਂ ਨੂੰ ਚੰਗੀ ਰੋਟੀ ਨਹੀਂ ਦਿੱਤੀ ਪਰ ਤੁਹਾਡੇ ਟੇਬਲ ਤੇ ਚੰਗੀ ਰੋਟੀ ਆਵੇ, ਤੇ ਕਦੇ ਉਹਦੇ ਲਈ ਮਹਿਸੂਸ ਹੀ ਨਹੀਂ ਕਰਦੇ ਆਪਾਂ? ਯਾਰ ਆਪਾਂ ਕਿਹੋ ਜਿਹੇ ਇਨਸਾਨ ਹੋ ਗਏ, ਪੱਥਰ ਦੇ ਲੋਕ ਹੈ। ਔਰ ਗੁਰੂਆਂ ਪੀਰਾਂ ਦੀ ਧਰਤੀ ਤੇ ਇਹ ਚੀਜ਼ਾਂ ਬਰਦਾਸ਼ਤ ਨਹੀਂ ਹੋਣਗੀਆਂ। ਕਿਉਂਕਿ ਰਾਜਾ, ਮੈਂ ਸਿੱਧੀ ਗੱਲ ਕਹਿ ਦਿਆਂ, ਅੱਗੇ ਰਾਜਾ ਪੈਦਾ ਹੁੰਦਾ ਸੀ ਮਾਂ ਦੇ ਗਰਭ 'ਚੋਂ। ਹੁਣ ਰਾਜਾ ਜਿਹੜਾ ਨਾ ਵੋਟਾਂ ਵਾਲੀ ਪੇਟੀ 'ਚੋਂ ਪੈਦਾ ਹੁੰਦਾ। ਤੇ ਇਹ ਜਦੋਂ ਫਿਰ ਲੋਕ ਵਿਗੜ ਜਾਂਦੇ ਨੇ ਨਾ, ਫਿਰ ਉਹ ਤੁਸੀਂ ਵੋਟ ਮੰਗਣੀ ਤਾਂ ਇੱਕ ਪਾਸੇ, ਤੁਹਾਡਾ ਖਾਲੀ ਡੱਬੇ ਲੱਭਣਗੇ। ਇਹ ਵੀ ਦੇਖ ਲੈਣਾ। ਹੁਣ ਸਮਾਂ ਆਉਣ ਵਾਲਾ ਹੈ, ਕਿਉਂਕਿ ਲੋਕ ਬੜੇ ਪਰੇਸ਼ਾਨ ਹੋ ਚੁੱਕੇ ਨੇ
ਕਿਉਂਕਿ ਰਾਜਾ ਅਸੀਂ ਤਾਂ ਚੁਣਦੇ ਹਾਂ ਕਿ ਇੱਕ ਨੂੰ ਰਾਜਾ ਚੁਣ ਲਿਆ, ਸਮਾਜ ਲਈ ਕੁਝ ਚੰਗਾ ਹੋ ਸਕੇ। ਤੇ ਜਦੋਂ ਫਿਰ ਉਹ ਰਾਜਾ ਕਿਤੇ ਨਾ ਕਿਤੇ ਉਹ ਕੂੜ ਕਰੇਗਾ ਨਾ, ਫਿਰ ਪ੍ਰਜਾ ਉਹਨੂੰ ਉਹਦਾ ਜਿਹੜਾ ਦੰਡ ਵੀ ਦਿੰਦੀ ਆ। ਔਰ ਵੋਟਾਂ ਦੇ ਰੂਪ 'ਚ ਤੁਸੀਂ ਦੇਖ ਲੈਣਾ ਮੂੰਹ ਮੂੰਹ ਡਿੱਗਣਗੇ, ਸੀਟਾਂ ਨਹੀਂ ਲੱਭਣੀਆਂ ਇਹਨਾਂ ਨੂੰ। ਬਿਲਕੁਲ, ਇਸ ਵਾਰ ਅੰਦੋਲਨ 'ਚ ਇਹ ਤਸਵੀਰ ਜਿਹੜੀ ਜ਼ਰੂਰ ਬਦਲਦੀ ਨਜ਼ਰ ਆਏਗੀ। ਧੰਨਵਾਦ ਸਮਰਾ ਸਾਹਿਬ ਗੱਲਬਾਤ ਕਰਨ ਦੇ ਲਈ, ਜਾਣਕਾਰੀ ਦੇਣ ਦੇ ਲਈ। ਸੋ ਇਹ ਅੱਜ ਦੀ ਤਸਵੀਰ ਹੈ ਜਿਹੜੀ ਮੰਡੀਆਂ ਦੇ ਵਿੱਚ ਤੁਹਾਨੂੰ ਦਿਖਾਈ ਹੈ। ਕਣਕਾਂ ਜਿਹੜੀਆਂ ਨੇ ਉਹ ਮੰਡੀ ਦੇ ਵਿੱਚ ਆਉਣੀਆਂ ਸ਼ੁਰੂ ਹੋ ਚੁੱਕੀਆਂ ਨੇ, ਪਰ ਸਸਪੈਂਸ ਅਜੇ ਵੀ ਇਹੀ ਬਣਿਆ ਹੋਇਆ ਕਿ ਕੱਲ ਹੋਏਗਾ ਕੀ। ਇੱਕ ਰਾਤ ਦਾ ਸਮਾਂ ਹੈ ਕਿ ਜੇਕਰ ਸਰਕਾਰ ਨੇ ਆਪਣਾ ਫੈਸਲਾ ਬਦਲ ਲਿਆ ਤਾਂ ਜਿਹੜੀ ਕਣਕ ਦੀ ਖਰੀਦ ਪਹਿਲੇ ਦੀ ਤਰ੍ਹਾਂ ਸ਼ੁਰੂ ਹੋ ਜਾਏਗੀ ਤੇ ਕਿਸਾਨ ਜਿਹੜੇ ਨੇ ਉਹ ਖੁਸ਼ੀ-ਖੁਸ਼ੀ ਫਸਲ ਵੇਚ ਕੇ ਘਰਾਂ ਨੂੰ ਜਾਣਗੇ। ਪਰ ਜੇਕਰ ਇਹ ਫੈਸਲਾ ਕੇਂਦਰ ਸਰਕਾਰ ਨਹੀਂ ਬਦਲਦੀ ਤਾਂ ਆੜ੍ਹਤੀ ਕੱਲ੍ਹ ਹੜਤਾਲ ਕਰਨਗੇ ਤੇ ਕਣਕ ਦੀ ਜਿਹੜੀ ਫਸਲ ਹੈ ਉਹਦੀ ਖਰੀਦ ਨਹੀਂ ਹੋਏਗੀ, ਜਿਹਦੀ ਸਿੱਧੀ ਮਾਰ ਜਿਹੜੀ ਹੈ ਉਹ ਕਿਸਾਨਾਂ ਦੇ ਉੱਪਰ ਪਵੇਗੀ। ਬਹਰਹਾਲ ਹੁਣ ਦੇਖਣਾ ਹੋਵੇਗਾ ਕਿ ਕੱਲ੍ਹ ਇਸ ਮਸਲੇ ਦਾ ਹੱਲ ਕੀ ਨਿਕਲਦਾ। ਕੈਮਰਾਮੈਨ ਰਵਿੰਦਰ ਕੁਮਾਰ ਦੇ ਨਾਲ ਮਨਪ੍ਰੀਤ ਸਿੰਘ ਕਾਲੋਂ, ਟੀਵੀ ਪੰਜਾਬ, ਜਲੰਧਰ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਟੈਕਸਟਾਈਲ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।